कोई भी शब्द किया गया होवे उसकी भी खिमा चाहता हाँ। अंत में फिर मैं संत बाबा काला सिंह जी का बहुत बहुत लगनिया दिल दियां गलाइयां विचों सतगुरु अगे अरदास है कि सतगुरु जिस श्रद्धा जिस प्यार दे नाल तेरा उद्यम ते हर प्रचार कर रहे हैं सतगुरु नूं होर उद्यम ते बल बख्शी खिमा करनी। वाहिगुरू जी का खालसा वाहिगुरू जी की फतेह। बहुत ही धन्यवाद है डॉक्टर पीबी जौहल साहब जी का जिन्होंने अपने विचार आप जी के नाल साझियां कीतियां ने। सतगुरां दे पावन बचन ने 100 अस्थान प्रताप हो मीता चांक कीर्तन हर हर मीता। आओ बड़े प्यार दे नाल महापुरखां दे कीर्तनी जथे पासों कीर्तन दे नाल भी है सतगुरु जी की पावन हजूरी विचों खुशियां प्राप्त करिए। वाहिगुरू जी का खालसा वाहिगुरू जी की फतेह। तेरे कवण कवण गुण कह गावा तू साहिब गुणी निदाना तुमरी महिमा वर्णना ठाकर ऊंच भगवाना आनंद गुणी निदान गुरु गरीब निवाज गरीब निवाज आए मिल गुर सिख आए मिल जिन मानस ते देवत की करत न लागी बार ऐसे गुर को बल बन जाइए आप मुक्त मोह तारे
ਗੁਰ ਕਾ ਪਾਣਾ ਮੰਨਿਆ ਤਿਨ ਕੌਮ ਕੌਮ ਜਾਏ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਗੁਰ ਸਿੱਖ ਆਏ ਮਿਲ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਹਉ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਿਹਾਰੀ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਗੁਰ ਸਿੱਖ ਆਏ ਮਿਲ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰਿਆਰਾ ਦੀਏ ਪੂਰਨ ਸਤਿਗੁਰ ਗਿਆਨ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਗੁਰ ਸਿੱਖ ਆਏ ਮਿਲ
ਆਏ ਮਿਲ ਗੁਰ ਸਿੱਖ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਗੁਰ ਸਿੱਖ ਆਏ ਮਿਲ ਆਏ ਮਿਲ ਗੁਰੂ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਵਿਸਾਈ। ਸੋ ਆਓ ਇਸ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਈਏ। ਇਸ ਵੇਲੇ ਆਪਣੇ ਕੋਲ ਜੋ ਨਾਨਕਸਰ ਸੰਪਰਦਾ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੋਸ਼ ਦੇ ਬਾਨੀ ਜਿਨ੍ਹਾਂ ਨੇ ਸੰਪਰਦਾ ਚਲਾਈ ਉੱਥੋਂ ਦੇ ਮੇਨ ਮੁਖੀ ਮਹਾਂਪੁਰਖ ਆਪ ਸੰਗਤਾਂ ਦੇ ਵਿੱਚ ਪਹੁੰਚੇ ਨੇ। ਉਹ ਆਪ ਸੰਗਤਾਂ ਨੂੰ ਬਚਨਾਂ ਦੁਆਰਾ ਬਾਣੀ ਦੁਆਰਾ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜਨਗੇ। ਇੱਕ ਵਾਰ ਸਾਰੇ ਇਕਾਗਰਤਾ ਨੂੰ ਮੁੱਖ ਰੱਖਦੇ ਹੋਏ ਆਪਣੀ ਰਚਨਾ ਨੂੰ ਕਰੀਏ ਪਵਿੱਤਰ। ਸਭ ਨੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠੇ ਮਨ ਕੀ ਕਟੀਏ ਮੈਲ ਸਾਧ ਸੰਗ ਬੂਠਿਆਂ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਜਿਸਨੂੰ ਸਾਹਿਬ ਵੱਡਾ ਕੋਈ ਵਟ ਜਾਣੀ ਸਾਹਿਬ ਸੇਵਕ ਇੱਕ ਦਸ਼ਟਾਇਆ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ। ਸਾਹਿਬ ਚਿੱਤ ਕਦੋਂ ਆਉਂਦਾ ਹੈ? ਜਦੋਂ ਉਹਨਾਂ ਦੇ ਭਗਤਾਂ ਤੋਂ ਬਾਣੀਆਂ ਕਹਾਣੀਆਂ ਸੁਣਦੇ ਆ। ਤੁਸੀਂ ਕਿੰਨੀਆਂ ਸੰਗਤਾਂ ਗੁਰੂ ਘਰ ਵਿੱਚ ਆਏ ਹੋ, ਕਿੱਥੇ ਬੈਠੇ ਹੋ? ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ। ਅੱਜ ਗੁਰੂ ਸਾਹਿਬ ਕਿੱਥੇ ਹੈ? 10 ਗੁਰੂ ਕਿੱਥੇ ਹੈ? ਆ ਬੈਠੇ ਆ ਪ੍ਰਗਟ ਗੁਰਾਂ ਕੀ ਦੇ ਜਿਸ ਕੀ ਬਾਣੀ ਤਿਸ ਮੈਂ ਸਮਾਈ। ਬਾਣੀ ਵਿੱਚ ਸਮਾਏ ਹੋਏ ਆ ਤੇ ਵਰਤਦੇ ਕਿਹਦੇ ਰਾਹੀਂ ਆ? ਕਿਸੇ ਲੋਭੀ ਲਾਲਚੀਆਂ ਰਾਹੀਂ ਨਹੀਂ ਵਰਤਦੇ, ਜਾਂ ਕੋਈ ਜੀਵਨ ਤੋਂ ਗਿਰੇ ਆ ਉਹਨਾਂ ਰਾਹੀਂ ਨਹੀਂ ਵਰਤਦੇ। ਕਿਹਦੇ ਰਾਹੀਂ ਵਰਤਦੇ ਆ? ਆਪ ਤਾਂ ਆਪਣੇ ਆਨੰਦ ਵਿੱਚ ਬੈਠੇ ਆ। ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾਂ। ਸੰਤ ਹੋਵੇ ਸਵਾਦੂ ਨਾ ਹੋਵੇ, ਲੋਭੀ ਲਾਲਚੀ ਨਾ ਹੋਵੇ। ਇਹ ਦਾਤੇ ਆਪਣੇ ਆਨੰਦ ਵਿੱਚ ਬੈਠੇ ਆ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠੇ ਮਨ ਕੀ ਕਟੀਏ ਮੈਲ। ਅਸੀਂ ਆਪਣੇ ਮਨ ਦੀ ਮਲ ਕਿਵੇਂ ਕੱਟਣੀ ਹੈ? ਸੰਗਤ ਵਿੱਚ ਬੈਠੇ ਆ, ਇਥੋਂ ਚੰਗੇ ਵਿਚਾਰ ਲੈਣੇ ਆ। ਚੰਗੇ ਵਿਚਾਰ ਕਿਵੇਂ? ਜਿਵੇਂ ਸਰੋਤੇ ਦੀ ਜਿਹੜੀ ਬਿਰਤੀ ਆ ਉਹ ਕਹੇ ਜਿਹੀ ਹੋਣੀ ਚਾਹੀਦੀ ਆ। ਕਈ ਪੁਰਾਣੇ ਬੰਦਿਆਂ ਨੂੰ ਤਾਂ ਪਤਾ ਹੋਊ ਵੀ ਸੱਜ ਕਿਹਨੂੰ ਕਹਿੰਦੇ ਆ। ਸਰੋਤੇ ਦੀ ਬਿਰਤੀ ਹੋਣੀ ਚਾਹੀਦੀ ਆ ਸੱਜ ਵਰਗੀ। ਸੱਜ ਦਾ ਕੀ ਕੰਮ ਆ? ਉਹ ਦਾਣੇ ਛੱਡਦਾ, ਘੁੰਡੀ ਡੱਕਾ ਤਾਂ ਅੱਗੇ ਕੱਢੀ ਜਾਂਦਾ। ਜਿਹੜੇ ਚੰਗੇ ਦਾਣੇ ਆ ਉਹ ਗ੍ਰਹਿਣ ਕਰ ਲੈਂਦਾ। ਆਪਾਂ ਜਿਹੜੀ ਬਾਬਾ ਜੀ ਦੀ ਬਾਣੀ ਹੈ ਉਹਨੂੰ ਹਿਰਦੇ ਵਿੱਚ ਥਾਂ ਦੇਣਾ। ਇਹ ਸਾਨੂੰ ਮਨੁੱਖਾ ਜਨਮ ਮਿਲਿਆ। ਇੱਕ ਵਾਰੀ ਇਸ ਦੁਨੀਆ ਤੇ ਆਏ ਆ, ਇੱਕ ਵਾਰੀ ਚਲੇ ਜਾਣਾ। ਇਹਦੇ ਨਾਲ ਅਸੀਂ ਚੰਗੇ ਕੰਮ ਕਰਨੇ ਆ। ਚੰਗੇ ਕੰਮ ਕਿਹੜੇ ਆ? ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋ, ਨੌਕਰੀਆਂ ਕਰਦੇ ਹੋ, ਆਪਣੇ ਕੰਮਕਾਰ ਕਰਦੇ ਹੋ, ਬੱਚੇ ਪਾਲਦੇ ਹੋ। ਬਾਬਾ ਜੀ ਕਿਰਪਾ ਕਰਦੇ ਸੀ ਭਾਈ 2.5 ਘੰਟੇ ਰੱਬ ਪਾਸੇ ਲਾਉਣਾ।
ਇਹ ਸਾਡੇ ਲਈ ਜ਼ਰੂਰੀ ਹੈ। ਜਿਵੇਂ ਖਾਣਾ ਜ਼ਰੂਰੀ ਹੈ, ਸੌਣਾ ਜ਼ਰੂਰੀ ਹੈ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਵੀ ਜ਼ਰੂਰੀ ਹੈ। ਬਾਬਾ ਜੀ ਨੇ, ਗੁਰੂ ਸਾਹਿਬ ਨੇ ਸਾਡੇ ਤੇ ਕਿੱਡੀ ਮਹਾਨ ਕਿਰਪਾ ਕੀਤੀ ਹੈ। ਸਾਨੂੰ ਇਹ ਦੁਨੀਆ ਤੋਂ ਆਹ ਵਿਦੇਸ਼ ਵਿੱਚ ਬੈਠੇ ਆ, ਅਸੀਂ ਉਹ ਜਗ੍ਹਾ ਤੇ ਬੈਠੇ ਆ ਜਿੱਥੇ ਕਿਤੇ ਇਹ ਲੋਕ ਪੰਜਾਬ ਵਿੱਚ, ਸਾਡੇ ਇੰਡੀਆ ਵਿੱਚ ਵੀ ਰਾਜ ਕਰਦੇ ਸੀ। ਅੱਜ ਤੁਸੀਂ ਇਹਨਾਂ ਕੋਲੇ ਵੀ ਬੈਠੇ ਹੋ। ਗੁਰੂ ਸਾਹਿਬ ਕਿੱਥੇ ਨਹੀਂ ਹੈ? ਜਿਹੜੇ ਲੱਖ ਕਾਸ ਪਤਾਲ ਆ ਉਹ ਕਿਹੜੇ ਆ? ਆਹੀ ਆ। ਕੋਈ ਇੰਗਲੈਂਡ, ਅਮਰੀਕਾ ਹੈ, ਕਿਤੇ ਅਫਰੀਕਾ ਹੈ, ਕਿੰਨੇ ਮੁਲਕ ਹੈ, ਇਹੀ ਕਾਸ ਪਤਾਲ ਹੈ। ਅਸੀਂ ਇਹਨਾਂ ਵਿੱਚ ਬੈਠ ਕੇ, ਇਹ ਬੰਦਾ 84 ਲੱਖ ਜੂਨ ਦਾ ਬਾਦਸ਼ਾਹ ਹੈ। 42 ਧਰਤੀ ਤੇ ਹੈ, 42 ਪਾਣੀ ਵਿੱਚ ਹੈ। ਉਹ ਤੋਂ ਉੱਪਰ ਸਾਨੂੰ ਇਹ ਮਾਨਸ ਦੇ ਮਿਲੀ ਹੈ। ਜੇ ਮਾਨਸ ਦੇ ਪਾ ਕੇ ਇਹ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਚੰਗੇ ਪੁਰਸ਼ਾਂ ਦੀ ਸੰਗਤ ਨਹੀਂ ਕਰਦਾ, ਗੁਰੂ ਘਰ ਵਿੱਚ ਨਹੀਂ ਆਉਂਦਾ, ਤੇ ਫਿਰ ਬਾਬਾ ਜੀ ਨੇ ਉਹਨਾਂ ਖਾਤਰ ਕੀ ਬਚਨ ਕੀਤਾ? ਗੁਰੂ ਸਾਹਿਬ ਨੇ, ਮਾਨਸ ਦੇ ਪਾਈ ਵੱਡ ਭਾਗੀ, ਨਾਮ ਨਾ ਜਪੀਐ ਆਤਮ ਘਾਤ। ਮੁੜ ਕੇ ਬੰਦੇ ਦੀ ਇਹ ਜ਼ਿੰਦਗੀ ਆਤਮ ਘਾਤ ਹੋ ਜਾਂਦੀ ਹੈ। ਮੁੜ ਕੇ ਫੇਰ ਨਹੀਂ ਇਹ ਜ਼ਿੰਦਗੀ ਵਿੱਚ ਆਉਂਦਾ। ਕਿਵੇਂ ਆਊਗਾ? ਜੇ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਸਾਡਾ ਦਸਵੰਧ ਬਣਦਾ ਗੁਰੂ ਵਾਲੇ ਪਾਸੇ ਲਾਉਣਾ, ਸਵਾਸਾਂ ਦੀ ਪੂੰਜੀ ਦਾ। 24,000 ਬੰਦੇ ਨੂੰ ਸਵਾਸ ਆਉਂਦਾ 24 ਘੰਟਿਆਂ ਵਿੱਚ, ਤੇ ਇਸ ਲਈ ਅਸੀਂ 2.5 ਘੰਟੇ ਰੱਬ ਵਾਲੇ ਪਾਸੇ ਟਾਈਮ ਕੱਢਣਾ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ ਇਹ ਟਾਈਮ ਨਹੀਂ ਕੱਢਦੇ, ਫਿਰ ਸਾਨੂੰ ਮੁੜ ਕੇ ਸਮਾਂ ਨਹੀਂ ਮਿਲਣਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕੱਟੀਏ ਮੈਲ ਸਾਧ ਸੰਗ ਪੁੱਠਿਆ। ਕਿਵੇਂ ਕੱਟਾਂਗੇ? ਆ ਬਰਤਨ ਤਾਂ ਅਸੀਂ ਮਿੱਟੀ ਨਾਲ ਸਾਫ਼ ਕਰ ਲਾਂਗੇ, ਹੁਣ ਤਾਂ ਸਰਫ ਜੇ ਚੱਲ ਪਏ ਉਹਨਾਂ ਨਾਲ ਸਾਫ਼ ਕਰੀ ਜਾਂਦੇ ਆ। ਜਿਹੜੀ ਮਨ ਦੀ ਮਾਲਾ ਉਹ ਕਿਵੇਂ ਕੱਟੀ ਜਾਏਗੀ? ਭਰੀਆ ਮਤ ਪਾਪਾਂ ਦਾ ਸੰਗ, ਉਹ ਧੂਪ ਨਾਵਾ ਕਰਾ, ਨਾਮ ਦੇ ਰੰਗ ਨਾਲ ਕੱਟੀ ਜਾਊਗੀ। ਸਾਨੂੰ ਅੱਜ ਲੋੜ ਹੈ, ਸਾਡੇ ਏਡੇ ਵੱਡੇ ਮਾਲਕ ਹੈ ਗੁਰੂ ਗ੍ਰੰਥ ਸਾਹਿਬ, ਇਹਨਾਂ ਵੱਲ ਕੋਈ ਝਾਕ ਸਕਦਾ? ਨਾ ਨਾ ਨਾ। 14 ਜੰਗ ਕੀਤੇ ਆ ਗੁਰੂ ਕਲਗੀਧਰ ਪਾਤਸ਼ਾਹ ਨੇ। ਕੋਈ ਬੰਦਾ ਕਹੇ ਕਿਤੇ ਗੁਰੂ ਸਾਹਿਬ ਨੇ ਬੈਕ ਹੋਏ ਆ, ਬਈ ਮੂਹਰੇ ਤਕੜੀ ਫੌਜ ਆ ਗਈ, ਹੁਣ ਨਹੀਂ ਆਪਾਂ ਗਾਂਹ ਜਾਣਾ। ਚੜ੍ਹਦੀ ਕਲਾ ਵਿੱਚ ਰਹੇ ਆ, ਅੱਜ ਵੀ ਖਾਲਸਾ ਚੜ੍ਹਦੀ ਕਲਾ ਵਿੱਚ ਹੈ। ਕਿਹੜਾ? ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਇਹ ਸਾਡੇ ਦਾਤੇ ਆ, ਪਰ ਅਸੀਂ ਦ੍ਰਿਸ਼ਟੀ ਕੀ ਰੱਖਣੀ ਹੈ? ਇੱਕ ਸੱਜਣਾ ਸਭ ਸੱਜਣਾ। ਇੱਕ ਸੱਜਣਾ ਸਭ ਸੱਜਣਾ, ਇੱਕ ਬੈਰੀ ਸਵਾਦ, ਗੁਰ ਪੂਰੇ ਵੀ ਖਾਲਿਆ, ਬਿਨ ਨਾਵੈ ਸਭ ਬਾਦ। ਜੇ ਅਸੀਂ ਗੁਰੂ ਨੂੰ ਸੱਜਣ ਬਣਾ ਲਿਆ, ਸਾਨੂੰ ਕੋਈ ਮਾੜਾ ਭਾਸਦਾ ਹੀ ਨਹੀਂ। ਜੇ ਸਾਡੀ ਗੁਰੂ ਤੇ ਭਾਵਨਾ ਨਹੀਂ ਆਈ, ਫਿਰ ਅਸੀਂ ਜ਼ਰੂਰ ਉਂਗਲਾਂ ਕਰਾਂਗੇ, ਉਹ ਚੰਗਾ, ਉਹ ਮਾੜਾ, ਉਹ ਫਲਾਨਾ ਐ ਕਰਾਂਗੇ। ਨਾ ਬਈ, ਅਸੀਂ ਤਾਂ ਗੁਰੂ ਸਾਹਿਬ ਤੇ ਭਾਵਨਾ ਲਿਆਉਣੀ ਹੈ। ਇਹ ਸਾਡੇ ਦਾਤੇ ਆ। ਜਦੋਂ ਗੁਰੂ ਕਲਗੀਧਰ ਪਾਤਸ਼ਾਹ, ਇੰਨਾ ਸਮਾਂ ਨਹੀਂ ਹੈ ਜਿਹੜਾ ਮੈਂ ਤੁਹਾਡੇ ਕੋਲ ਬੋਲ ਰਿਹਾ, ਸ੍ਰੀ ਹਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਆਪ ਰਚਨਾ ਕੀਤੀ। ਭਾਈ ਮਨੀ ਸਿੰਘ ਤੋਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਦੁਬਾਰੇ ਰਚਨਾ ਕਰਾਈ। ਦਿੱਲੀ ਤੋਂ ਆਪਣੇ ਦਮਦਮਾ ਸਾਹਿਬੋਂ ਕੀ ਤਲਵੰਡੀ ਤੋਂ ਚੱਲ ਕੇ ਨੰਦੇੜ ਸਾਹਿਬ ਲੈ ਕੇ ਗਏ। ਉੱਥੇ ਉਹਨਾਂ ਨੂੰ ਪਤਾ ਸੀ ਬਈ ਅਸੀਂ ਕੀ ਕਰਨਾ। ਜੋ ਗੁਰੂ ਨਾਨਕ ਦੇਵ ਜੀ ਦਾ ਬਚਨ ਸੀ, ਡੇਰਾ ਬਾਬਾ ਨਾਨਕ ਜਿੱਤੇ ਰੰਧਾਵੇ ਦੇ ਖੂਹ ਤੇ, ਕੀ ਬਚਨ ਸੀ? ਜਿੱਤੇ ਨੇ ਬੇਨਤੀ ਕਰਤੀ, ਮਹਾਰਾਜ ਆਪ ਤੋਂ ਬਾਅਦ ਸਮਾਂ ਕਿਵੇਂ ਬੀਤੇਗਾ? ਗੁਰੂ ਸਾਹਿਬ ਨੇ ਉੱਥੇ ਬਚਨ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਨ੍ਹਾਂ ਦਾ 550 ਸਾਲਾ ਪੂਰੇ ਪ੍ਰੋਗਰਾਮ ਆ ਰਿਹਾ, ਆਗਮਨ ਪੁਰਬ, ਕਹਿੰਦੇ ਜਿੱਤਿਆ ਕਾਗਜ਼ ਪਿਲਸਣ ਲਿਆ ਭਾਈ, ਲਿਖ ਲੈ ਕੰਮ ਆਵੇਗਾ। ਕੀ ਲਿਖਾਇਆ? ਅਸੀਂ 84 ਜਾਮੇ ਪਹਿਰਾਂਗੇ, 10 ਪ੍ਰਗਟ, 74 ਜਾਮੇ ਸੰਤਾਂ ਦੇ ਰੂਪ ਚਾਵਾਂਗੇ।
ਜੇ ਸੰਤਾਂ ਦੀ ਗਿਣਤੀ ਕਰੋ ਤਾਂ ਹਜ਼ਾਰਾਂ ਹੀ ਹੋਣਗੇ। ਸੰਤ ਹਜ਼ਾਰਾਂ ਹੀ, ਸਭ ਆਪਣੀ ਤਾਂ ਚੰਗੇ ਸੀ, ਸਭ ਦਾ ਸਤਿਕਾਰ ਕਰਦੇ ਆ। ਦਾਸ ਤਾਂ ਇੱਕ ਸੇਵਾਦਾਰ ਹੈ ਮਾਮੂਲੀ ਜਿਹਾ, ਪਰ ਅਸੀਂ ਜੋ ਵਚਨ ਕਰਦੇ ਆ ਉਹ ਮੇਰੇ ਮਾਲਕ ਦਾ ਬਾਬਾ ਨੈਣ ਸਿੰਘ ਜੀ ਦਾ ਹੁਕਮ ਆ, ਮਾਲਕ ਨੂੰ ਮੁੱਖ ਰੱਖ ਕੇ ਕਰਦੇ ਆ। ਬਾਬਾ ਜੀ ਕਿਰਪਾ ਕਰਦੇ ਸੀ। ਜਿੱਤੇ ਰੰਧਾਵੇ ਦੇ ਖੂਹ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਬਈ 10 ਪ੍ਰਗਟ ਕੌਣ ਆਏ? ਗੁਰੂ ਨਾਨਕ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ। ਗੁਰੂ ਸਾਹਿਬ ਨੂੰ ਪਤਾ ਸੀ ਬਈ ਅਸੀਂ ਉੱਥੇ ਜਾ ਕੇ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ। ਉੱਥੇ ਜਦੋਂ ਸਮਾਂ ਆ ਗਿਆ, ਉਸ ਟਾਈਮ ਤੇ ਸੰਗਤਾਂ ਬੈਠੀਆਂ, ਗੁਰੂ ਸਾਹਿਬ ਕਹਿਣ ਲੱਗੇ ਭਾਈ ਅੱਜ ਤੁਹਾਨੂੰ ਮੈਂ ਐਸੇ ਗੁਰੂ ਦੇ ਲੜ ਲਾ ਕੇ ਜਾਊਂ ਜਿਹੜੇ ਜਨਮ ਮਰਨ ਤੋਂ ਰਹਿਤ ਹੋਣਗੇ। ਜਿੰਨਾ ਚਿਰ ਕਲਯੁਗ ਦਾ ਰਾਜ ਰਹੇਗਾ ਤੇ ਗੁਰੂ ਸਾਹਿਬ ਤੁਹਾਡੀ ਸਿਹਤ ਤੁਹਾਨੂੰ ਦੇਣਗੇ, ਤੁਹਾਡੇ ਤੇ ਕਿਰਪਾ ਰੱਖਣਗੇ। ਉਹ ਕੀ ਹੁਕਮ ਕੀਤਾ? 5 ਪੈਸੇ ਨਰੇਲ ਰੱਖ ਕੇ 5 ਸਿੰਘਾਂ ਨੂੰ ਕੋਲ ਖੜਾ ਕੇ ਉੱਥੇ ਫਿਰ ਇਹ ਸੰਬੋਧਨ ਕਰਕੇ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਤੁਸੀਂ ਕਹੋਗੇ ਤਾਂ ਰੋਜ਼ ਮੰਨਦੇ ਆ, ਮੱਥੇ ਟੇਕਦੇ ਆ। ਮੰਨਣਾ ਕਿਵੇਂ ਹੈ? ਜੋ ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ ਉਹ ਮੰਨਣਾ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚੋ ਹੈ ਖੋਜ ਸ਼ਬਦ ਮੈਂ ਦੇ। ਗੁਰੂ ਸਾਹਿਬ ਸਾਨੂੰ ਇਹਨਾਂ ਦੇ ਚਰਨਾਂ ਨਾਲ ਜੋੜ ਗਏ ਆ ਤੇ ਅੱਜ ਸਾਨੂੰ ਲੋੜ ਹੈ। ਆ ਹੁਣ ਸ਼ਰਾਬਾਂ ਹੈ, ਨਸ਼ੇ ਆ, ਕਈ ਬੰਦੇ ਨਸ਼ੇ ਵੀ ਪੀਂਦੇ ਆ, ਪਰ ਬਾਬਾ ਜੀ ਨੇ ਬਾਣੀ ਅੰਦਰ ਕੀ ਬਚਨ ਕੀਤਾ? ਜਿਸ ਪੀਤਿਆਂ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ। ਇਹ ਕਿਹਦਾ ਹੁਕਮ ਹੈ? ਗੁਰੂ ਸਾਹਿਬ ਦਾ। ਅਸੀਂ ਭਾਈ ਨਸ਼ੇ ਨਹੀਂ ਪੀਣੇ। ਇਹ ਸ਼ਰਾਬਾਂ ਮਾੜੀ ਚੀਜ਼ ਹੈ। ਨਸ਼ਾ ਸਾਨੂੰ ਕਿਹੜਾ ਚਾਹੀਦਾ? ਨਾਮ ਬਾਣੀ ਦਾ ਚਾਹੀਦਾ। ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਖਮਾਰੀ ਚੜਾਉਣੀ ਹੈ। ਆ ਮਾਸ ਮਿੱਟੀ ਹੈ, ਇਹਦੇ ਲਈ ਵੀ ਬਚਨ ਕੀਤਾ ਹੈ। ਕਈ ਜਿਹੜੇ ਖਾਂਦੇ ਆ ਤਾਂ ਕਹਿੰਦੇ ਅੱਲਾ ਗੁਰੂ ਸਾਹਿਬ ਸ਼ਿਕਾਰ ਖੇਡਦੇ ਰਹੇ ਆ। ਅਸੀਂ ਕੀ ਇਹ ਜਾਣ ਸਕਦੇ ਆ? ਪਿਤਾ ਦਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਅਸੀਂ ਕੀ ਜਾਣ ਸਕਦੇ ਆ ਉਹਨਾਂ ਨੇ ਕਿੰਨੇ ਜੀਵਾਂ ਦਾ ਆਧਾਰ ਕੀਤਾ, ਪਰ ਸਾਡੇ ਲਈ ਕੀ ਹੁਕਮ ਕੀਤਾ? ਬਾਣੀ ਵਿੱਚ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤੈਨ ਕਿਉਂ ਨਿਰਮਲ ਚੀਤ। ਇਹ ਮਾਨਸ ਦੇ ਵਾਲਾ ਸ਼ਰਾਬਾਂ ਪੀਂਦਾ ਹੈ, ਮਾਸ ਮਿੱਟੀ ਖਾਂਦਾ ਹੈ, ਕੀ ਉਹਦਾ ਨਿਰਮਲ ਚਿੱਤ ਹੋ ਜਾਵੇਗਾ? ਨਹੀਂ ਹੋਵੇਗਾ। ਬਾਬਾ ਜੀ ਕਹਿੰਦੇ ਸੀ ਇਹ ਚੀਜ਼ਾਂ ਤੋਂ ਭਾਈ ਸੰਕੋਚ ਕਰਨਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਨਿਤਨੇਮ ਕਰਨਾ, ਇਹ ਸਾਡੇ ਲਈ ਜ਼ਰੂਰੀ ਹੈ। ਸਾਡੇ ਆਪਣਾ ਪ੍ਰਧਾਨ ਸਾਹਿਬ ਤੁਹਾਡੇ ਤੋਂ ਇਹ ਸਾਊਥ ਹਾਲ ਦੇ ਸਰਦਾਰ ਗੁਰਮੇਲ ਸਿੰਘ ਮੱਲੀ ਉਹ ਬੋਲ ਕੇ ਗਏ ਨੇ ਕਿ ਪਰ ਜਿਹੜਾ ਸਾਡੇ ਪੰਜਾਬ ਦੇ ਮਾਹੌਲ ਬਾਰੇ ਵੀ ਦੱਸਿਆ, ਪੰਜਾਬ ਨਾਲ ਕਦੋਂ ਧੱਕਾ ਨਹੀਂ ਹੋਇਆ, ਕੋਈ ਹੈਗਾ ਟਾਈਮ? ਪਰ ਨਹੀਂ, ਜਿਹੜਾ ਗੁਰਸਿੱਖ ਹੈ ਉਹਦਾ ਇੱਕੋ ਹੀ ਨਿਸ਼ਾਨਾ ਰਿਹਾ ਗੁਰੂ ਗ੍ਰੰਥ ਸਾਹਿਬ। ਇੱਕੋ ਦਾਤਾ ਮੰਗੀ ਹੈ ਮਨ ਤਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ। ਇਹ ਸਾਡੇ ਦਾਤੇ ਆ, ਕਿਸੇ ਇੱਕ ਵਰਨ ਦੇ ਨਹੀਂ ਹੈ। ਆ ਪਾਲਕੀ ਸਾਹਿਬ ਬਣਿਆ, ਇਹਦੇ ਦੇਖੋ ਗੇਟ ਕਾਇ ਰੱਖੇ ਹੋਏ ਆ। ਗੁਰੂ ਸਾਹਿਬ ਦਾ ਮੁੱਖ ਆਰਜੀ ਵੱਲ ਹੈ, ਪਰ ਗੇਟ ਚਾਰ। ਇਵੇਂ ਹਰਮੰਦਰ ਸਾਹਿਬ ਦੇ ਵੀ ਰੱਖੇ ਹੋਏ ਆ। ਉਹ ਨੀਕੀ ਨੇ ਰੱਖੀ ਸੀ, ਮੀਆਂ ਮੀਰ ਨੇ ਰੱਖੀ ਸੀ। ਬਾਬਾ ਜੀ ਕਿਰਪਾ ਕਰਦੇ ਆ। ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਖੁੱਟ ਭੰਡਾਰ, ਸਭ ਕੋ ਆਸਾ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਧ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼, ਚੌਂ ਵਰਨਾ ਕੋ ਸਾਂਝੇ, ਚੌਂ ਵਰਨਾ ਕੋ ਦੇ ਉਪਦੇਸ਼, ਨਾਸ ਪੰਡਤ को सदा देश, बीज मंत्र सब को ज्ञान, चौं वर्णा में जपै को नाम। पर साडे गुरुआं ने
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜੰਜੂ ਨਹੀਂ ਪਾਇਆ, ਉਹਨਾਂ ਨੂੰ ਪਾਉਣ ਲੱਗੇ ਸੀ, ਕਹਿੰਦੇ ਨਹੀਂ ਮੈਂ ਕੱਚਾ ਸੂਤ ਦਾ ਜੰਜੂ ਨਹੀਂ ਪਾਉਣਾ, ਪਰ ਰਾਖੀ ਜੰਜੂ ਦੀ ਕੀਤੀ। ਜੇ ਪੰਡਤਾਂ ਨੇ ਇੱਕ ਮੈਂ ਟੂਕਾ ਹੀ ਦੇ ਰਿਹਾ ਤੁਹਾਨੂੰ, ਲੰਮਾ ਸਮਾਂ ਤਾਂ ਬਹੁਤ ਟਾਈਮ ਲੱਗੇਗਾ। ਜੇ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤ ਆਏ ਮੂੰਹ ਵਿੱਚ ਘਾਹ ਫੜ ਕੇ, ਮਹਾਰਾਜ ਸਾਡੀ ਰੱਖਿਆ ਕਰੋ, ਗੁਰੂ ਸਾਹਿਬ ਕਹਿਣ ਲੱਗੇ ਸਾਡੇ ਕੋਲ ਤੁਹਾਨੂੰ ਕਿਹਨੇ ਭੇਜਿਆ? ਮਹਾਰਾਜ ਅਸੀਂ ਬੜੇ ਦੇਵੀ ਦੇਵਤੇ ਬੜੀ ਪੂਜਾ ਕੀਤੀ, ਸਾਨੂੰ ਕਾਸ ਬਾਣੀ ਹੋਈ ਹੈ। ਅੱਜ ਗੁਰੂ ਨਾਨਕ ਦੀ ਗੱਦੀ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਹੈ ਮਹਾਰਾਜ, ਉਹਨਾਂ ਕੋਲੇ ਅਰਦਾਸ ਕਰੋ, ਉਹ ਤੁਹਾਡੀ ਅਰਦਾਸ ਸੁਣਨਗੇ। ਅਸੀਂ ਤਾਂ ਆਏ। ਤੇ ਗੁਰੂ ਸਾਹਿਬ ਨੇ ਦਿੱਲੀ ਵਿੱਚ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਅਵਸਥਾ ਵਿੱਚ ਸੀਗੇ, ਗੁਰੂ ਸਾਹਿਬ ਦੇ ਕੋਲੇ ਆ ਗਏ। ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਇਹ ਕਿਉਂ ਰੋ ਰਹੇ ਆ? ਤੇ ਕਹਿਣ ਲੱਗੇ ਵੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਤੇ ਫਿਰ ਇਹ ਕਿਵੇਂ ਹੋਊਗਾ? ਕਿਸੇ ਮਹਾਪੁਰਸ਼ ਨੂੰ, ਕਿਸੇ ਸੂਰਮੇ ਨੂੰ ਕੋਈ ਆਪਣਾ ਬਲੀਦਾਨ ਦੇਣਾ ਪਵੇਗਾ, ਸੀਸ ਦੇਣਾ ਪਵੇਗਾ, ਇਹ ਤਾਂ ਧਰਮ ਨੂੰ ਠੱਲ ਪਵੇਗੀ। ਫਿਰ ਪਿਤਾ ਜੀ ਸੋਡੇ ਨਾਲ ਕਿਹੜਾ ਹੈਗਾ? ਦੇਖੋ ਕਿੱਡਾ ਵਚਨ ਆਪਣੇ ਪਿਤਾ ਨੂੰ ਕਹਿ ਰਹੇ ਆ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ। ਤੇ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ, ਜਾਓ ਪੰਡਤਾਂ ਨੂੰ ਕਹਿੰਦੇ ਕਹਿ ਦਿਓ ਜਾ ਕੇ ਔਰੰਗਜ਼ੇਬ ਨੂੰ ਤੇ ਬਈ ਅਸੀਂ ਉਹਨਾਂ ਨੂੰ ਮੁਸਲਮਾਨ ਕਰ ਲਓ, ਅਸੀਂ ਸਾਰੇ ਆਪੇ ਹੀ ਹੋ ਜਾਵਾਂਗੇ। ਗੁਰੂ ਸਾਹਿਬ ਉੱਥੇ ਗਏ ਤਾਂ ਉਹਨੇ ਬੜਾ ਆਪਣੇ ਤਰੀਕੇ ਨਾਲ ਗੁਰੂ ਸਾਹਿਬ ਦਾ ਸਤਿਕਾਰ ਵੀ ਕੀਤਾ, ਬੜਾ ਕੁਛ ਕਿਹਾ। ਆਖਿਰਕਾਰ ਜਦੋਂ ਗੁਰੂ ਸਾਹਿਬ ਨੇ ਕਿਹਾ ਬਈ ਇਹ ਕੰਮ ਨਹੀਂ ਹੋਣਾ, ਤੂੰ ਤਾਂ ਕਹਿੰਦਾ ਨਾ ਮੈਂ 2 ਤੋਂ 1 ਕਰ ਦੂੰ, ਇਹ 2 ਤੋਂ 3 ਹੋਣਗੇ, 3 ਤੀਜਾ ਪੰਥ ਖਾਲਸਾ ਹੋਇਆ। ਉਸ ਟਾਈਮ ਤੇ 6 ਸਿੰਘ ਸੀ ਗੁਰੂ ਸਾਹਿਬ ਦੇ ਨਾਲ। ਜਦੋਂ ਚਾਂਦਨੀ ਚੌਕ ਵਿੱਚ ਗੁਰੂ ਸਾਹਿਬ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਿੰਜਰੇ ਵਿੱਚ ਬੰਦ ਲੈ ਕੇ ਗਏ, ਨਾਲ ਸਿੰਘ ਪਿੰਜਰੇ 'ਚ ਬੰਦ, ਕਿਹਾ ਗਿਆ ਵੀ ਇਹਨਾਂ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ। ਭਾਈ ਮਤੀ ਦਾਸ ਨੂੰ ਪਹਿਲਾਂ ਸ਼ਹੀਦ ਕੀਤਾ। ਉਹ ਕਹਿੰਦੇ ਤੇਰੀ ਮੰਗ? ਕਹਿੰਦਾ ਮੰਗ ਮੇਰੀ ਕੋਈ ਹੈ, ਮੇਰੇ ਗੁਰੂ ਦੇ ਸਾਹਮਣੇ ਮੇਰੇ ਚੀਰ ਦੇ ਕੇ ਆਰਾ ਫੇਰਨਾ, ਕਿਤੇ ਟੇਢਾ ਪਿੰਗਾ ਨਾ ਹੋ ਜੇ, ਆਉਣ ਵਾਲੀ ਕੌਮ ਇਹ ਨਾ ਕਹੇ ਕਿ ਵੀ ਇਹ ਸਿੰਘ ਹਿੱਲ ਗਿਆ ਸੀ। ਉਹ ਸ਼ਹੀਦ ਹੋਏ। ਭਾਈ ਦਿਆਲਾ ਜੀ ਹੋਏ, ਭਾਈ ਸਤੀ ਦਾਸ ਜੀ ਹੋਏ, 3 ਸਿੰਘ ਸ਼ਹੀਦ ਹੋਏ। 3 ਸਿੰਘ ਹੋਰ ਵੀ ਸੀ ਪਿੰਜਰੇ ਵਿੱਚ ਬਣ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸਿੰਘੋ ਤੁਸੀਂ ਚਲੇ ਜਾਓ, ਜਿਨ੍ਹਾਂ ਵਿੱਚ ਬਾਬਾ ਜੀਵਨ ਸਿੰਘ ਵੀ ਸੀਗੇ। ਤੇ ਕਹਿੰਦੇ ਵੀ ਤੁਸੀਂ ਚਲੇ ਜਾਓ ਮਹਾਰਾਜ, ਸਾਡੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਘੜੀਆਂ, ਅਸੀਂ ਕਿਵੇਂ ਜਾ ਸਕਦੇ ਆ? ਗੁਰੂ ਸਾਹਿਬ ਕਹਿਣ ਲੱਗੇ ਅਸੀਂ ਤੁਹਾਨੂੰ ਪਾਠ ਦੱਸਦੇ ਆ, ਉਹ ਬੋਲੀ ਜਾਓ, ਤੁਹਾਨੂੰ ਕੋਈ ਦੇਖੇਗਾ ਹੀ ਨਹੀਂ। ਕੀ ਕਿਹਾ? ਕਾਟੀ ਬੇੜੀ ਪਗੋਂ ਤਾਂ ਗੁਰ ਕੀਨੋ ਬੰਦ ਖਲਾਸੀ। ਬਈ ਇਹ ਬੋਲਦੇ ਜਾਓ, ਪਾਠ ਕਰਦੇ ਜਾਓ। ਉਹ ਸਾਰੀਆਂ ਬੇੜੀਆਂ ਵੀ ਖੁੱਲ ਗਈਆਂ, ਸਾਰਾ ਪ੍ਰੋਗਰਾਮ ਵੀ ਉਹਨਾਂ ਨੇ ਵੇਖਿਆ। ਭਾਈ ਜੈਤਾ ਜੀ ਉਹ ਗੁਰੂ ਸਾਹਿਬ ਦਾ ਸੀਸ ਵੀ ਖੇਸ ਵਿੱਚ ਲਵੇਟ ਕੇ ਲੈ ਗਏ। ਆਪੋ ਆਪਣੇ ਗਿਆਨੀ ਲਿਖ ਦਿੰਦੇ ਆ, ਕੋਈ ਕਹਿੰਦਾ ਗੱਡਿਆਂ ਤੇ ਲੈ ਕੇ ਗਏ, ਕੋਈ ਕਿਵੇਂ ਲੈ ਕੇ ਗਏ। ਗੁਰੂ ਦਾ ਸਿੱਖ ਐਸਾ ਸੀ ਬਾਬਰ ਸ਼ੇਰ ਵਰਗਾ, ਉਹ ਲਵੇਟ ਕੇ ਸੀਸ ਖੇਸ ਦੇ ਵਿੱਚ ਦਾਹੋ ਦਾਹੀ ਆਨੰਦਪੁਰ ਸਾਹਿਬ ਪਹੁੰਚਿਆ। ਗੁਰੂ ਸਾਹਿਬ ਸਮੇਤ ਪਰਿਵਾਰ ਗੁਰੂ ਗੋਬਿੰਦ ਜੀ ਮਹਾਰਾਜ ਤੇ ਉੱਥੇ ਖੜੇ ਆ ਮੂਹਰੇ ਢੀਕ ਵਿੱਚ। ਜਦੋਂ ਭਾਈ ਜੈਤਾ ਜੀ ਨੇ ਜਾ ਕੇ ਸੀਸ ਹਾਜ਼ਰ ਕੀਤਾ, ਗੁਰੂ ਸਾਹਿਬ ਨੇ ਫੜ ਕੇ ਸਾਥੀ ਨਾਲ ਲਾਇਆ, ਉੱਤੇ ਪਲੰਘ ਦੇ ਰੱਖਿਆ ਤੇ ਭਾਈ ਜੈਤੇ ਨੂੰ ਘੁੱਟ ਕੇ ਗਲਫੜੀ ਪਾ ਲਈ। ਕੀ ਕਿਹਾ? ਰੰਗਰੇਟੇ ਗੁਰੂ ਕੇ ਬੇਟੇ। ਗੁਰੂ ਸਾਹਿਬ ਨੇ ਇੱਕ ਉਸ ਸਿੱਖ ਨੂੰ ਕਿਹਾ ਬੇਟਾ, ਤੇ ਉਦੋਂ ਇਹ ਕਿਹਾ ਕੋਈ ਉੱਥੇ ਹਾਦਾ ਨਾਰਾ ਨਹੀਂ ਸੀ ਮਾਰਨ ਵਾਲਾ। ਉਦੋਂ ਦਾੜੀਆਂ ਸਾਰੇ ਰੱਖਦੇ ਸੀ, ਹਿੰਦੂ ਵੀ ਸਿੱਖ ਵੀ ਸਭ ਰੱਖਦੇ ਸੀ। ਮਹਾਰਾਜ ਉੱਤੇ ਸਾਰੇ ਇੱਕੋ ਜਿਹੇ ਸੀ, ਪਤਾ ਹੀ ਨਹੀਂ ਲੱਗਿਆ ਵੀ ਕੌਣ ਆਪਣਾ ਸੇਖ ਤੇ ਕੌਣ ਉਹਨਾਂ ਦਾ ਸੀ। ਅੱਛਾ, ਫਿਰ ਗੁਰੂ ਸਾਹਿਬ ਨੇ ਉੱਥੇ ਬਚਨ ਕੀਤਾ, ਹੁਣ ਮੈਂ ਇਹੋ ਜਿਹਾ ਸਿੰਘ ਸਾਜੂ ਜਿਹੜਾ ਲੱਖਾਂ ਦੇ ਵਿੱਚ ਖੜਾ ਦਿਸੇਗਾ। ਪਰ ਗੁਰੂ ਸਾਹਿਬ ਨੇ ਤਾਂ ਸਾਡੇ ਤੇ ਬੜੀ ਮਹਾਨ ਕਿਰਪਾ ਕਰ ਦਿੱਤੀ। ਕੁਛ ਲੋਕ ਉਹ ਕਿਹੜੇ ਆ ਜਿਹੜੇ ਰੌਲਾ ਪਾਉਣ ਵਾਲੇ ਆ, ਜਿਵੇਂ ਤੁਹਾਨੂੰ ਪ੍ਰਧਾਨ ਸਾਹਿਬ ਦੱਸਦੇ ਸੀ, ਮੈਂ ਟੂਕ ਹੀ ਦੇਣੀ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਪਹਿਲਾ ਜੰਗ ਕੀਤਾ ਨਾ ਪੌਂਟਾ ਸਾਹਿਬ,
ਪਹਿਲਾ ਜੰਗ ਉਸ ਟਾਈਮ ਤੇ 10,000 ਬੰਦਾ ਚੜ ਕੇ ਆਇਆ। ਗੁਰੂ ਸਾਹਿਬ ਕੋਲੇ ਸਾਰਾ ਹੀ 1,000-1,500 ਸੀ, ਕੁਛ ਭੱਜ ਵੀ ਗਏ ਸੀ ਵਿੱਚੋਂ ਜਿਹੜੇ ਧਾੜਵੀ ਸੀ। ਤੇ ਗੁਰੂ ਸਾਹਿਬ ਨੇ ਫਿਰ ਐਸੇ ਤੀਰ ਛੱਡੇ। ਪਹਿਲਾਂ ਗੁਰੂ ਸਾਹਿਬ ਦੇ ਕਮਰ ਕਸੇ ਨਾਲ ਤੀਰ ਖਹਿ ਗਿਆ, ਜਿਵੇਂ ਜਵੀ ਬਾਣ ਲਾਗੇ ਤਵੀ ਰੋਸ ਜਾਗੇ। ਗੁਰੂ ਸਾਹਿਬ ਨੇ ਫਿਰ ਐਸੇ ਤੀਰ ਛੱਡੇ ਜਿਵੇਂ ਹਨੇਰੀ ਵਿੱਚ ਮੱਕੀ ਦੇ ਟਾਂਡੇ ਟੁੱਟਦੇ ਹੁੰਦੇ ਨੇ, ਤਾੜ ਤਾੜ। ਫਿਰ ਦੁਸ਼ਮਣ ਆਏ ਡਿੱਗੇ, ਖਾਲਸੇ ਦੀ ਜਿੱਤ ਹੋ ਗਈ। ਉੱਥੇ ਜਗ੍ਹਾ ਬਣੀ ਹੈ, ਗੁਰੂ ਸਾਹਿਬ ਉੱਤੇ ਥੜੇ ਤੇ ਬੈਠੇ ਆ ਤੇ ਐ ਸੰਗਤਾਂ ਬੈਠੀਆਂ, ਪ੍ਰਸ਼ਾਦ ਵਰਤ ਰਿਹਾ। ਇੱਕ ਸਿੱਖ ਗਲ 'ਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਆਪ ਜੀ ਦੇ ਤੀਰਾਂ ਨੇ ਤਾਂ ਵੀ ਛਾਂ ਹੀ ਕਰ ਦਿੱਤੀ, ਸੱਚੇ ਪਾਤਸ਼ਾਹ ਜਿੱਤ ਹੋ ਗਈ ਖਾਲਸੇ ਦੀ। ਹਾਂ ਗੁਰੂ ਸਾਹਿਬ ਕਹਿੰਦੇ, ਭਾਈ ਜਿੱਤ ਹੋ ਗਈ, ਗੁਰੂ ਨਾਨਕ ਦੀ ਕਿਰਪਾ ਹੋਈ ਹੈ। ਇਹ ਗੁਰੂ ਸਾਹਿਬ ਦਾ ਬਚਨ ਦੀ, ਗੁਰੂ ਕਾਂਗੀਧਰ ਪਾਤਸ਼ਾਹ ਦਾ। ਉਹ ਵੱਡਿਆਂ ਦਾ ਨਾਂ ਲੈਂਦੇ ਸੀ ਤੇ ਫਿਰ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਦੇ ਤੀਰਾਂ ਨਾਲ ਹਜ਼ਾਰਾਂ ਲੋਕ ਮਾਰੇ ਗਏ ਜਿਹੜੇ ਦੁਸ਼ਮਣ, ਤੇ ਉਹ ਤਾਂ ਸੱਚੇ ਪਾਤਸ਼ਾਹ ਸਵਰਗਾਂ ਨੂੰ ਜਾਣਗੇ। ਉਹ ਸਿੱਖ ਦੀ ਭਾਵਨਾ ਸੀ। ਗੁਰੂ ਸਾਹਿਬ ਕਹਿੰਦੇ, ਸਵਰਗਾਂ ਨੂੰ ਕਿਉਂ ਜਾਣਗੇ? ਜਿਹੜਾ ਮੇਰੇ ਤੇ ਚੜ ਕੇ ਆਇਆ ਉਹ ਸਵਰਗਾਂ ਨੂੰ ਜਾਵੇਗਾ? ਨਹੀਂ, ਉਹ ਜਾਣਗੇ ਤਾਂ ਨਰਕਾਂ ਨੂੰ ਹੀ। ਜੇ ਉਹਨਾਂ ਨੂੰ ਕਿਤੇ ਸਮਾਂ ਮਿਲੇਗਾ ਜਨਮ ਲੈਣ ਦਾ, ਪਰ ਦੇਖਣ ਨੂੰ ਸਿੱਖ ਲੱਗਣਗੇ ਮੇਰੇ ਭਗਤਾਂ ਦੀ, ਮੇਰੇ ਤਖਤਾਂ ਦੀ, ਮੇਰੇ ਸੰਤਾਂ ਦੀ, ਉਹਨਾਂ ਦੀ ਉਹ ਨਿੰਦਿਆ ਕਰਨਗੇ ਚੰਗੇ ਲੋਕਾਂ ਦੀ। ਕੀ ਬਚਨ ਕੀਤਾ? ਜਿਨ੍ਹਾਂ ਅੰਦਰ ਗਿਆਨ ਨਹੀਂ, ਭੈ ਕੀ ਨਾਹੀ ਬਿੰਦ, ਨਾਨਕ ਮੋਹਿਆਂ ਦਾ ਕੀ ਮਾਰਨਾ, ਜੇ ਆਪ ਮਾਰੇ ਗੋਬਿੰਦ। ਉਹ ਗੋਬਿੰਦ ਦੇ ਮਾਰੇ ਹੋਏ ਲੋਕ ਸੀ। ਤੇ ਇਸ ਲਈ ਗੁਰਮਤਿ ਪਿਆਰਿਓ, ਆਪਾਂ ਗੁਰੂ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋਣਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਅੰਮ੍ਰਿਤ ਛਕਣਾ ਖੰਡੇ ਵਾਟੇ ਦਾ, ਤਿਆਰ ਵਰਤਿਆਰ ਰਹਿਣਾ। ਸਾਨੂੰ ਤਾਂ ਬੜੀ ਖੁਸ਼ੀ ਹੋਈ ਆ ਇੱਥੇ ਵੇਖ ਕੇ, ਇੱਥੇ ਸਾਨੂੰ ਬਾਹਲੇ ਸਿੱਖ ਨਜ਼ਰ ਆ ਰਹੇ ਆ। ਪੰਜਾਬ ਵਿੱਚ ਉਨੇ ਨਹੀਂ ਹੈ, ਪਰ ਬਹੁਤ ਆ, ਉੱਥੇ ਵੀ ਘਾਟਾ ਨਹੀਂ ਕਿਸੇ ਚੀਜ਼ ਦਾ, ਪਰ ਇੱਥੇ ਵੱਧ ਆ ਰਹੇ ਆ। ਦੇਸਾਂ ਵਿਦੇਸਾਂ ਵਿੱਚ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ ਆ, ਉੱਥੇ ਸੋਨੂੰ ਵੀ ਆਹ ਸਮਾਂ ਮਿਲਿਆ, ਸੱਚਖੰਡ ਦਾ ਨਜ਼ਾਰਾ, ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਤੇ ਅਸੀਂ ਇੱਥੇ 37 ਸਾਲ ਬਾਅਦ ਆਏ ਆ। ਤੇ ਇੱਥੇ ਉਦੋਂ ਸਰਦਾਰ ਮੋਲਕ ਸਿੰਘ ਪ੍ਰਧਾਨ ਸੀ। 1981 ਵਿੱਚ ਗੁਰਦੁਆਰਾ ਜਿਹੜਾ ਆਪਣਾ ਵੱਡਾ ਗੁਰਦੁਆਰਾ ਉਹ ਬਣਨਾ ਸੀ। ਉਦੋਂ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦਾਸ ਉਹਨਾਂ ਦਾ ਸੇਵਾਦਾਰ ਸੀ। 4 ਸਿੰਘ ਰਾਗੀ ਸੀ ਸਾਡੇ ਨਾਲ, ਕੈਨੇਡਾ ਤੋਂ ਇੱਥੇ ਆਏ ਸੀ। ਇੱਕ ਮੱਲ ਸਿੰਘ ਨਾਨਸਰ ਕਲੇਰਾ ਜਿਹੜਾ ਪਿੰਡ ਹੈ ਉੱਥੋਂ ਦੇ ਸੀ। ਉਹ ਸਾਨੂੰ ਉੱਥੋਂ ਰਾਹਦਾਰੀ ਜੀ ਲੈ ਕੇ ਗਏ ਸੀ, ਉੱਥੋਂ ਆਏ ਸੀ ਜੀ ਇੱਥੇ। ਇੱਥੇ ਫਿਰ 28 ਦਿਨ ਲਾਏ ਸੀ। ਇੱਕ ਰਾਮਗੜੀਆ ਗੁਰਦੁਆਰਾ ਸੀ, ਇੱਕ ਸੈਂਟ ਲਿਸਟਰ ਸੀ, ਇੱਕ ਦੁਆਬੀਆਂ ਦਾ ਗੁਰਦੁਆਰਾ ਸੀ, ਇਹ ਆਪਣਾ ਸਾਊ ਥਾ। ਇਹ ਅਸੀਂ 4 ਥਾਈਂ ਦੀਵਾਨ ਲਾਏ ਸੀ। ਤੇ 37 ਸਾਲ ਬਾਅਦ ਅਸੀਂ ਇੱਥੇ ਤੁਹਾਡੇ ਸੰਗ ਦੇ ਦਰਸ਼ਨ ਕਰਨ ਆਏ ਆ। ਤੇ ਇਸ ਤਰ੍ਹਾਂ ਸਾਡੇ ਸੰਗੀ ਭਾਈ ਰੂਪ ਸਿੰਘ ਹੋਣੀ ਤੇ ਬਾਬਾ ਜੀ ਦੇ ਪਿਆਰ ਵਾਲੇ ਬਹੁਤ, ਇਹਨਾਂ ਦਾ ਪਰਿਵਾਰ ਮੁੱਢ ਤੋਂ ਨਾਨਕਸਰ ਜਾਣ ਵਾਲੇ ਆ, ਉੱਥੇ ਅਸੀਂ ਠਹਿਰੇ ਆ। ਤੇ ਪਰ ਆ ਜਿਹੜੇ ਸਾਡੇ ਵਿਚਾਰ ਆ, ਤੁਹਾਨੂੰ ਟੂ ਦੀ ਪੈੜ ਦੱਸੇ ਆ। ਬਾਬਾ ਜੀ ਕਹਿੰਦੇ ਸੀ, ਭਾਈ ਗੁਰੂ ਗ੍ਰੰਥ ਸਾਹਿਬ ਨਿਸ਼ਾਨਾ ਰੱਖਣਾ, ਕੱਚੇ ਪਿੱਲਿਆਂ ਨੂੰ ਨਹੀਂ ਮੰਨਣਾ। ਜਿਹੜੇ ਟੂਣੇ ਟਾਮਣ ਕਰਦੇ ਆ, ਤਾਗੇ ਤਵੀਤ ਕਰਦੇ ਆ, ਬੜੇ ਇਹੋ ਜਿਹੇ ਲੋਕ ਆ। ਉਹਨਾਂ ਲਈ ਬਾਬਾ ਜੀ ਨੇ ਕੀ ਵਚਨ ਕੀਤਾ? ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜੀਵਨ ਦੇ ਵਿਛੜੇ, ਉਹ ਮੋਇਆ ਨਾ ਜਾਈ ਸੋੜ। ਬਾਬਾ ਜੀ ਸਾਡੀ ਦਰਗਾਹ ਵਿੱਚ ਵੀ ਮਾਂ ਫੜਨਗੇ, ਪਰ ਅਸੀਂ ਉਹਨਾਂ ਲੋਕਾਂ ਤੋਂ ਸੁਚੇਤ ਰਹਿਣਾ। ਜਦੋਂ ਕੋਈ ਦੁੱਖ ਤਕਲੀਫ ਹੋਵੇ, ਕੋਈ ਸਾਡਾ ਪ੍ਰੋਗਰਾਮ, ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਹੈ। ਤੇ ਇਹ ਮਾਲਕ ਹੈ ਸਾਡੇ, ਕਦੇ ਵੀ ਸਾਤੋਂ ਦੂਰ ਨਹੀਂ ਹੋ ਸਕਦੇ। ਜਿਹੜਾ ਸੱਚਾ ਸਿੱਖ 2 ਟਾਈਮ ਅਰਦਾਸ ਕਰਦਾ ਹੈ, ਫਿਰ ਬਾਬਾ ਜੀ ਕਿਰਪਾ ਕਰਦੇ ਆ। ਜੈ ਜੈ ਪੇਖੋ ਤਾਏ ਹਜੂਰ, ਦੂਰ ਕਤੂ ਨਾ ਜਾਈ, ਰਵ ਰਹਾ ਸਰਵਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਾ ਵਿਛੜਾ, ਸੋ ਸੰਗੀ ਗਣੀਆਂ। ਮਾਲਕ ਤੇ ਵਿਛੜਦਾ, ਬੰਦੇ ਦੀਆਂ ਕਮਜ਼ੋਰੀਆਂ, ਜਿਹੜੇ ਬੰਦੇ ਦੇ ਵਿੱਚ ਗਲਤੀਆਂ ਕਰਦਾ, ਉਹ ਵਿਛੋੜ ਦਿੰਦੀਆਂ। ਆ ਮਾਪੇ ਆ, ਬੱਚਿਆਂ ਨੂੰ ਕਿੰਨੀਆਂ ਸਰਦਾ ਭਾਵਨਾ ਨਾਲ ਪਾਲਦੇ ਆ। ਮਾਵਾਂ ਕਿਵੇਂ ਪਾਲਦੀਆਂ? ਬੱਚੇ ਮਾਪਿਆਂ ਤੋਂ ਕਦੋਂ ਦੂਰ ਹੁੰਦੇ ਆ? ਜਦੋਂ ਗਲਤੀਆਂ ਕਰਨ ਲੱਗ ਜਾਂਦੇ ਆ, ਸੁਸਾਇਟੀ ਗਲਤ ਹੋ ਜਾਂਦੀ ਹੈ। ਤੇ ਪਰ ਬਾਬਾ ਜੀ ਨੇ ਬਚਨ ਕੀਤਾ ਆਪਣੀ ਬਾਣੀ ਦੁਆਰਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਵਾ। ਜਿਹਨੇ ਮਾਤਾ ਪਿਤਾ ਦੀ ਸੇਵਾ ਕਰ ਲਈ,
ਉਹਦੇ ਤੇ ਪਰਮੇਸ਼ਰ ਦੀ ਖੁਸ਼ੀ ਹੋਗੀ। ਮਾਮਾ ਨੂੰ ਪਤਾ ਬਈ ਕਿਵੇਂ 9 ਮਹੀਨੇ ਪੇਟ ਵਿੱਚ ਅਸੀਂ ਬੱਚੇ ਨੂੰ ਰੱਖਦੀਆਂ ਤੇ ਅਰਦਾਸਾਂ ਕਰਦੀਆਂ ਸਾਰੀ ਉਮਰ, ਤੇ ਜੇ ਬੱਚਾ ਫਿਰ ਬੁਰਾ ਬੋਲਦਾ ਫਿਰ ਗੁਰੂ ਸਾਹਿਬ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਮਾਤਾ ਪਿਤਾ ਦਾ ਹੁਕਮ ਮੰਨਣਾ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ। ਸਾਡਾ ਸ਼ਾਇਦ ਕੱਲ ਤੋਂ ਪ੍ਰੋਗਰਾਮ ਕਈ ਵਜੇ ਤੋਂ ਵੀ ਦੱਸ ਦੇਣਾ। ਆਪਣੇ ਜਿਹੜਾ ਵੱਡਾ ਗੁਰਦੁਆਰਾ ਉੱਥੇ ਰੱਖਿਆ ਹੋਇਆ ਤੇ ਛੋਟੇ ਸੰਗਤਾਂ ਦੇ ਤਾਂ ਦਰਸ਼ਨ ਕਰਨੀ ਆਏ ਆ। ਨਾਨਸਰ ਕਲੇਰਾ ਇਹ ਸਾਡੀ ਉੱਥੇ ਰਹਿائش ਆ, ਅਸੀਂ ਉੱਥੋਂ ਦੇ ਰਹਿਣ ਵਾਲੇ ਆ। ਅਸੀਂ ਤਾਂ ਭਾਈ ਇੱਥੇ ਸੰਗਤਾਂ ਦੇ ਦਰਸ਼ਨ ਕਰਨ ਆਏ ਆ। ਇੱਕ ਮਾਮੂਲੀ ਜਿਹੇ ਸੇਵਕ ਹੈ। ਬਾਬਾ ਜੀ ਅੱਗੇ ਇਹੀ ਅਰਦਾਸ ਹੈ, ਬਾਬਾ ਜੀ ਜ਼ਿੰਦਗੀ ਤੱਕ ਆਪਣੇ ਚਰਨਾਂ ਦੇ ਇੱਕ ਸੇਵਕ ਬਣਾਈ ਰੱਖੋ, ਸਾਡੇ ਤੇ ਆ ਕਿਰਪਾ ਰੱਖੋ। ਜਿਹੜੇ ਅਸੀਂ ਵਿਚਾਰ ਦਿੰਨੇ ਆ, ਮੈਂ ਬਿਲਕੁਲ ਨਰੋਲ ਅਨਪੜ੍ਹ ਬੰਦਾ ਤੇ ਇਹ ਵਿਚਾਰ ਤਾਂ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਨੇ ਆ, ਉਹਨਾਂ ਦੀ ਸੇਵਾ ਕੀਤੀ ਹੈ, ਉਹਨਾਂ ਨੇ ਕਿਰਪਾ ਕੀਤੀ ਹੈ। ਉਹ ਫਿਰ ਆ ਹੀਰਾ ਦਾ ਬੋਕਾ ਵੀ ਕਿਹੜੀ ਪੰਕਤੀ ਕਹਾਂ ਤੇ ਕਿਹੜੀ ਸਗਾ ਐ ਬਾਬਾ ਜੀ ਗੁਰੂ ਸਾਹਿਬ ਕਿਰਪਾ ਕਰਦੇ ਆ। ਇਸ ਲਈ ਭਾਗਾ ਮਾਰਿਓ ਸਾਰੀ ਸੰਗਤ, ਟਾਈਮ ਚੜਿਆ ਵਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕਟ ਗਈ ਮੈਲ ਸਾਧ ਸੰਗ ਬੁੱਠੇ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਸੇਵਕ ਇੱਕ, ਕੱਲੇ ਕਿਤੇ ਮਾਲਕ ਕੱਲਾ ਨਹੀਂ ਰਹਿੰਦਾ। ਸਾਹਿਬ ਸੇਵਕ ਇੱਕ, ਇੱਕ ਦਸ਼ਟਾਇਆ ਸਾਹਿਬ ਮੇਰਾ ਸਦਾ ਹੈ। ਦਿਸੇ ਸ਼ਬਦ ਕਮਾਏ, ਕਿਵੇਂ ਦਿਸਣਗੇ ਜੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ। ਭਾਗਾ ਵਾਲਿਓ ਸਾਰੀ ਸੰਗਤ, ਇਸ ਗੁਰੂ ਘਰ ਵਾਲੇ ਸਾਊ ਥਾਲ ਵਿੱਚ ਜਿੰਨੇ ਬੈਠੇ ਹੋ ਤੇ ਸਾਡੀ ਜਿਹੜੀ ਮੌਕੇ ਦੀ ਕਮੇਟੀ ਸਾਰੇ ਬੋਲ ਕੇ ਗਏ ਆ, ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਉਹਨਾਂ ਨੇ ਸਾਨੂੰ ਸਿਰੋਪੋ ਦਿੱਤੇ ਆ, ਪਰ ਅਸੀਂ ਇੰਨੇ ਲਾਇਕ ਤਾਂ ਹੈ ਨਹੀਂ। ਚਲੋ ਉਹਨਾਂ ਨੇ ਸਿਰੋਪੋ ਦੇਤੇ, ਅਸੀਂ ਸਵੀਕਾਰ ਕਰ ਲਏ। ਕਿਉਂ ਇੱਥੋਂ ਦੇ ਪ੍ਰਬੰਧਕਾਂ ਦਾ ਇਹ ਪ੍ਰੋਗਰਾਮ ਹੁੰਦਾ। ਸਾਰੀ ਸੰਗਤ ਭਾਗਾਂ ਵਾਲਿਓ, ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ। ਇਸ ਨੂੰ ਸਮਾਪਤੀ ਕਰਦੇ ਆ। ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਵਾਂਗੇ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਗਾਵੋ ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗਾਵੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ।
ਕਿਰਪਾ ਧਾਰੇ। ਹਰ ਹਰ ਪ੍ਰਭ ਕਿਰਪਾ ਧਾਰੇ, ਆਨੰਦ ਕਰੇ ਨਰ ਨਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੀ ਜਾਈ, ਤੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਵਾਨਾ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੇ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੇ, ਹਿਰਦੇ ਤਿੰਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਜੈਸੇ ਤੋ ਸਕਲ ਨਿਤ ਪੂਰਨ, ਸਮੁੰਦਰ ਵਿਖੇ ਹੰਸ ਮਰ ਜੀਵਾ ਨਿਚ ਪ੍ਰਸਾਦ ਪਾਵਈ। ਜੈਸੇ ਤੋ ਸਕਲ ਨਿਤ ਪੂਰਨ, ਸਮੁੰਦਰ ਵਿਖੇ ਹੰਸ ਮਰ ਜੀਵਾ ਨਿਚ ਪ੍ਰਸਾਦ ਪਾਵਈ। ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ, ਜਗ ਵਿਖੇ ਪ੍ਰਗਟਾਵਏ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨ ਵਾਰਾ ਖਨ, ਜਗ ਵਿਖੇ ਪ੍ਰਗਟਾਵਏ। ਬਨ ਵਿਖ ਮਲ ਆਦਰ, ਸੁੰਦਾ ਕਪੂਰ ਸੋਧ ਕੇ ਸਵਾਸੀ। ਸੁਵਾਸ ਵਹਿ ਸਾਵਹੇ। ਐਸੇ ਬਨ ਵਿਖ ਮਲ ਆਦਰ, ਸੁੰਦਾ ਕਪੂਰ ਸੋਧ ਕੇ ਸਵਾਸੀ। ਸੁਵਾਸ ਵਹਿ ਸਾਵਹੇ। ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਭਜਾਵ।
ਬਚਾਵਹੇ। ਐਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਬਚਾਵਹੇ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਲੋਗ ਜਾਣੇ ਇਹੋ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉ ਕੰਸੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਆਵੋ ਸਿੱਖ ਸਤ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਜੀ ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਜਾਣੇ ਇਹ ਗੀਤ